ਵਾਹਿਗੁਰੂ ਜੀ। ਵੇਦ ਪੁਰਾਨ ਸਵੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਗ ਸਿਆਣੇ, ਉਠ ਪੰਡਿਤ ਪੈ ਚਲੇ ਨਿਰਾਸ਼ਾ। ਮਨ ਰੇ ਸਰਿਓ ਨਾ ਇਕੈ ਕਾਜਾ, ਭਜਿਓ ਨਾ ਰਘੂਪਤ ਰਾਜਾ। ਰਹਾਉ। ਬਨ ਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਨ ਖਾਇਆ। ਨਾਦੀ ਬੇਦੀ ਸਬਦੀ ਮੋਨੀ, ਜਮ ਕੇ ਪਟੇਲ ਖਾਇਆ। ਭਗਤ ਨਾਰਦੀ ਹਿਰਦੈ ਨ ਆਈ, ਕਾਛ ਕੂਛ ਤਨ ਦੀਨਾ। ਰਾਗ ਰਾਗਨੀ ਡਿੰਬ ਹੋਏ ਬੈਠਾ, ਹੁਣ ਹਰ ਪੈ ਕਿਆ ਲੀਨਾ। ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਪ੍ਰਮ ਗਿਆਨੀ। ਕਾਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਜ ਰਹੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਸੋਰਠ ਰਾਗ ਦੇ ਵਿੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 654 ਤੋਂ ਆਰੰਭ ਹੋ ਕੇ 655 ਤੇ ਸੰਪੂਰਨ ਹੈ। ਸੋ ਕਬੀਰ ਸਾਹਿਬ ਜੀ ਕੀ ਉਪਦੇਸ਼ ਦੇ ਰਹੇ ਨੇ, ਆਓ ਆਪਾਂ ਸਮਝੀਏ। ਵੇਦ ਪੁਰਾਨ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਜਦੋਂ ਵੇਦਾਂ ਨੂੰ ਸੁਣਿਆ, ਪੁਰਾਣਾਂ ਨੂੰ ਸੁਣਿਆ, ਸੋ ਸਾਰੇ ਜੋ ਮਤ ਮਤਾਂਤ ਸੀ, ਮਤ ਸਿਧਾਂਤ ਸੀ, ਇਹਨਾਂ ਨੂੰ ਸੁਣਿਆ, ਅਤੇ ਸਾਨੂੰ ਇਹ ਹੋਇਆ ਵੀ ਕਰਮ ਕਰਨ ਦੇ ਨਾਲ ਛੁਟਕਾਰਾ ਹੋ ਜਾਂਦਾ, ਕਰਮ ਕਰਨ ਦੇ ਨਾਲ ਰੱਬ ਮਿਲ ਜਾਂਦਾ। ਸੋ ਇਸ ਕਰਕੇ ਕਰਮ ਕਰਨ ਦੀ ਆਸਾ ਜਿਹੜੀ ਮਨ ਦੇ ਵਿੱਚ ਜਗੀ ਹੈ ਵੀ ਆਹ ਕਰਮ ਕਰ ਲਓ, ਆਹ ਕਰਮ ਕਰ ਲਓ। ਵੀ ਜਦੋਂ ਵੇਦਾਂ ਨੂੰ ਸੁਣਿਆ, ਪੁਰਾਣਾਂ ਨੂੰ ਸੁਣਿਆ, ਅੱਜ ਜਿੰਨੇ ਵੀ ਮਤ ਨਿਕਲੇ ਨੇ ਸਾਰੇ ਵੇਦਾਂ ਪੁਰਾਣਾਂ 'ਚੋਂ ਨਿਕਲੇ ਨੇ। ਫਿਰ ਯੋਗ ਮਤ ਹੈ, ਪੰਡਿਤ ਨੇ, ਸੰਨਿਆਸੀ ਨੇ, ਜੋਗੀ ਨੇ, ਤਪੀ ਨੇ, ਬ੍ਰਹਮਚਾਰੀ ਨੇ, ਅੱਡ ਅੱਡ ਮਤ ਨੇ ਸਾਰਿਆਂ ਦੇ। ਸੋ ਆਪੋ ਆਪਣੀ ਮਤ ਦੇ ਅਨੁਸਾਰ ਇਹਨਾਂ ਨੇ ਆਪੋ ਆਪਣੀ ਮਰਿਆਦਾ ਬਣਾ ਲਈ, ਅਤੇ ਉਸ ਹਿਸਾਬ ਦੇ ਨਾਲ ਇਹਨਾਂ ਨੇ ਕਰਮ ਕਰਨਾ ਸ਼ੁਰੂ ਕਰ ਦਿੱਤਾ। ਸੋ ਚਾਹੁੰਦੇ ਕੀ ਸੀ? ਚਾਹੁੰਦੇ ਇਹੀ ਸੀ ਵੀ ਮਨੁੱਖਾ ਜਨਮ ਸਾਡਾ
ਸਫਲਾ ਹੋਵੇ। ਕਹਿੰਦੇ ਕਾਲ ਗ੍ਰਸਤ ਸਭ ਲੋਗ ਸਿਆਣੇ, ਉਠ ਪੰਡਿਤ ਪੈ ਚਲੇ ਨਿਰਾਸ਼ਾ। ਚਾਹੇ ਪੰਡਿਤ ਹੁੰਦੇ ਨੇ ਜਿਹੜੇ ਵਿਦਵਾਨ ਲੋਕ, ਆਪ ਚੰਗੀ ਤਰ੍ਹਾਂ ਘੋਖਿਆ, ਵਿਚਾਰਿਆ, ਫਿਰ ਦੂਜਿਆਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ, ਪੰਡਿਤ ਕਿਹਾ ਜਾਂਦਾ ਉਹਨਾਂ ਨੂੰ। ਜਿਨ੍ਹਾਂ ਨੇ ਫਿਰ ਵੇਦਾਂ ਪੁਰਾਣਾਂ ਨੂੰ ਚੰਗੀ ਤਰ੍ਹਾਂ ਘੋਖ ਕੇ, ਵਾਚ ਕੇ, ਉਹਨਾਂ ਦੀ ਗਾਂ ਮਤ ਮਤਾਂਤ ਬਣਾਤੇ, ਮਰਿਆਦਾ ਬਣਾਤੀ, ਉਹਨਾਂ ਦੀ ਗੱਲ ਕਰਤੀ। ਕਹਿੰਦੇ ਅਤੇ ਇਹੋ ਹੀ ਸਿਆਣੇ ਹੁੰਦੇ ਨੇ। ਅਰਬਾ ਲੋਕ ਸਿਆਣੇ, ਹੋਰ ਵੀ ਬੜੇ ਸਿਆਣੇ ਪੰਡਿਤ ਹੋ ਗਏ, ਅਤੇ ਜਿਹੜੇ ਇਹਨਾਂ ਮੱਤਾਂ ਵਿੱਚ ਪੈ ਗਏ। ਸੋ ਜਿਹੜੇ ਅੱਡ ਅੱਡ ਮੱਤ ਬਣ ਗਏ, ਜਿਹੜੇ ਸਾਰੇ ਜਾਣੇ ਆਪੋ ਆਪਣੇ ਮੱਤ ਦਾ ਪ੍ਰਚਾਰ ਕਰਨ ਲੱਗ ਪਏ। ਅਰਬੋ ਲੋਕ ਸਿਆਣੇ ਉਹ ਸਾਰੇ। ਜਦੋਂ ਸਮਾਂ ਆਇਆ, ਕਾਲ ਨੇ ਗ੍ਰਸ ਲਏ, ਅਤੇ ਕਿਉਂਕਿ ਉੱਠ ਚੱਲੇ ਨਿਰਾਸ਼ਾ, ਪੱਲੇ ਕੁਝ ਨਹੀਂ ਹੈ। ਪੱਲੇ ਨਾਮ ਰਹਿੰਦਾ ਹੁੰਦਾ, ਬਾਕੀ ਤਾਂ ਕਰਮ ਤਾਂ ਰਹਿੰਦਾ ਹੀ ਨਹੀਂ। ਜੋ ਧਰਮ ਕਰਮ ਕੀਤੇ ਇਸ ਨੇ, ਅਤੇ ਕਰਮ ਤਾਂ ਨਾਲ ਪਾਪ ਬੜੇ ਹੋਏ ਪਏ ਨੇ। ਉਹ ਤਾਂ ਲੇਖੇ 'ਚ ਕਿਸੇ ਦਾ ਥੋੜ੍ਹਾ ਬਹੁਤ ਫਰਕ ਪੈਂਦਾ। ਜਿਹੜੇ ਕਰਮ ਕੀਤੇ ਹੋਏ ਹੁੰਦੇ ਨੇ, ਜਿਹਦੇ ਨਾਲ ਚੰਗੇ ਕਰਮ ਕਰਦਾ ਅਤੇ ਨਾਲ ਮਾੜੇ ਵੀ ਤਾਂ ਹੁੰਦੇ ਆ। ਸੋ ਉਹ ਕਿਸੇ ਦਾ ਥੋੜ੍ਹੇ ਚੰਗੇ ਘੱਟ ਜਾਂਦੇ ਆ, ਕਿਸੇ ਦੇ ਵੱਧ ਜਾਂਦੇ ਆ। ਨਿਰਾਸ਼ ਹੈ, ਨਾਮ ਨਹੀਂ ਹੈ ਕੋਲ। ਇਸ ਕਰਕੇ ਸੋ ਇਹ ਸਾਰੇ ਸਿਆਣੇ ਲੋਕ ਵਿੱਚੇ ਪੰਡਿਤ ਕਹਿੰਦੇ ਜਦੋਂ ਜਾਂਦੇ ਨੇ ਨਿਰਾਸ਼ ਹੋ ਕੇ ਜਾਂਦੇ ਨੇ। ਕਹਿੰਦੇ ਕੌਣ ਕਹਿ ਰਿਹਾ? ਕਬੀਰ, ਭਗਤ ਕਬੀਰ ਸਾਹਿਬ ਜੀ, ਜਿਹੜੇ ਬ੍ਰਹਮ ਗਿਆਨ ਨੂੰ ਪਹੁੰਚੇ ਹੋਏ ਸੀਗੇ। ਮਨ ਰੇ ਸਰਿਓ ਨਾ ਏਕੈ ਕਾਜਾ। ਉਹ ਮਨਾ, ਤੇਰੇ ਕੋਲ ਇੱਕ ਕੰਮ ਨਹੀਂ ਹੋਇਆ ਵੀ ਹੋਰ ਕੰਮ ਕਰਦਾ ਰਿਹਾ। ਘਰ ਛੱਡ ਦਿੱਤਾ, ਨੰਗਾ ਰਹਿਣ ਲੱਗ ਪਿਆ, ਕੰਨ ਪੜਾ ਲੈ, ਸਰੀਰ ਨੂੰ ਤਪਾਉਣਾ ਸ਼ੁਰੂ ਕਰ ਦਿੱਤਾ। ਕੋਈ ਪਾਣੀ 'ਚ ਖੜ੍ਹਦਾ, ਕੋਈ ਧੂਣੀਆਂ 'ਚ ਬਹਿੰਦਾ, ਕੋਈ ਭ੍ਰਮਣ ਕਰਦਾ ਤੀਰਥਾਂ ਦਾ। ਬਾਕੀ ਸਾਰੇ ਕਰਮ ਕਰ ਲੈ, ਇੱਕ ਕੰਮ ਨਹੀਂ ਤੂੰ ਕਰ ਸਕਿਆ, ਉਹ ਕਿਸੇ ਨਾਮ ਜਪਣਾ। ਇਹ ਕੰਮ ਨਹੀਂ ਤੂੰ ਕਰ ਸਕਿਆ। ਮਨ ਰੇ ਸਰਿਓ ਨਾ ਏਕੋ ਕਾਜਾ। ਕੀ? ਭਜਿਓ ਨਾ ਰਘੁਪਤ ਰਾਜਾ। ਰਘੁਪਤ ਰਾਜਾ ਪਰਮੇਸ਼ਰ ਨੂੰ ਕਿਹਾ ਹੋਇਆ, ਪਰਮਾਤਮਾ ਨੂੰ ਕਿਹਾ। ਦਸ਼ਰਥ ਦਾ ਪਿਓ ਨਹੀਂ, ਰਾਮ ਚੰਦ ਜਿਸ ਕੁੱਲ ਵਿੱਚੋਂ ਉਹਨੂੰ ਰਘੂ ਕੁੱਲ ਕਿਹਾ ਜਾਂਦਾ, ਅਤੇ ਕਈ ਇਹਨੂੰ ਰਘੂ ਕਹਿ ਦਿੰਦੇ ਆ। ਨਹੀਂ, ਰਘੂਪਤ ਰਾਜਾ ਪਰਮਾਤਮਾ ਪਰਮੇਸ਼ਰ ਨੂੰ ਕਿਹਾ ਹੋਇਆ। ਕਹਿੰਦੇ ਜਿਹੜਾ ਸਭਨਾਂ ਦਾ ਰਾਜਾ, ਜਿਹੜੇ ਧਰਤੀ 'ਤੇ ਰਾਜ ਨੇ, ਥੋੜ੍ਹੇ ਇਲਾਕਿਆਂ 'ਚ ਰਾਜ ਕਰਦੇ ਆ, ਕੋਈ ਦੇਸ਼ 'ਤੇ ਰਾਜ ਕਰਦਾ। ਸੋ ਪਰਮਾਤਮਾ ਪਰਮੇਸ਼ਰ ਤਾਂ ਸਭਨਾਂ ਦਾ ਰਾਜਾ, ਜੋ ਵੀ ਉਸਨੇ ਬਣਾ ਦਿੱਤਾ, ਜਿਤਨੀ ਸ੍ਰਿਸ਼ਟੀ ਆ, ਸ੍ਰਿਸ਼ਟੀਆਂ ਆ, ਸਭਨਾਂ ਦਾ ਰਾਜਾ। ਉਹਨੂੰ ਤੂੰ ਜਪਿਆ ਨਹੀਂ, ਹੋਰ ਕਰਮ ਕਰਦਾ ਰਿਹਾ। ਕਹਿੰਦੇ ਇੱਕ ਕੰਮ ਤੇਰੇ ਕੋਲ ਹੋਇਆ ਨਹੀਂ। ਕਹਿੰਦੇ ਰਹਾਓ ਬਨ ਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਨ ਖਾਇਆ। ਹੁਣ ਜੰਗਲ ਵਿੱਚ ਗਿਆ, ਉੱਥੇ ਜੋਗ ਕਮਾਇਆ, ਤਪ ਕੀਤਾ, ਅਤੇ ਕੰਮ ਉੱਥੇ ਵੀ ਤੂੰ ਪੇਟ ਭਰਨ ਦਾ ਹੀ ਕਰਦਾ ਰਿਹਾ। ਉਹ ਵੱਖਰੀ ਗੱਲ ਸੀ, ਇੱਥੇ ਤੂੰ ਅੱਡ ਅੱਡ ਖਾਣੇ ਖਾਣਾ, ਉੱਥੇ ਕੰਦ ਮੂਲ ਖਾਈ ਜਾਂਦਾ। ਸੋ ਧਿਆਨ ਤਾਂ ਸਾਰਾ ਤੇਰਾ ਪੇਟ ਭਰਨ 'ਤੇ ਹੀ ਰਿਹਾ ਵੀ ਪੇਟ ਭਰਨਾ ਹੈ। ਅਤੇ ਇੱਥੇ ਸੋ ਕੇ ਹੁਣ ਜਿੱਦਾਂ ਘਰ ਪਰਿਵਾਰ 'ਚ ਰਹਿੰਦਾ ਹੈ, ਇੱਥੇ ਇੰਨਾ ਧਿਆਨ ਜੇ ਥੋੜ੍ਹਾ ਜਿਹਾ ਵੀ ਆਪਣੇ ਧਿਆਨ 'ਤੇ ਕਾਬੂ ਪਾ ਲਵੇ, ਪੇਟ ਭਰਨ 'ਤੇ ਨਹੀਂ ਜਾ ਸਕਦਾ। ਪਤਾ ਹੈ ਵੀ ਹੈਗਾ ਆ, ਉਹਦਾ ਫਿਕਰ ਨਹੀਂ ਹੈਗਾ। ਮਹੀਨੇ ਦਾ ਰੱਖਿਆ ਹੁੰਦਾ, ਜੇ ਸੂਰ ਵੀ ਜਾਣਾ ਤਾਂ ਹਫ਼ਤੇ ਦਾ ਸਮਾਨ ਲਿਆ ਹੁੰਦਾ। ਬੰਦਾ ਹਫ਼ਤਾ ਭਰ ਦਾ ਬੇਫਿਕਰ ਹੋ ਜਾਂਦਾ ਵੀ ਹੈਗਾ ਆ। ਹੁਣ ਜੰਗਲਾਂ ਵਿੱਚ ਤਾਂ ਸਵੇਰੇ ਖਾਧਾ, ਸ਼ਾਮ ਦਾ ਫਿਕਰ ਪੈ ਗਿਆ ਵੀ ਸ਼ਾਮ ਨੂੰ ਕੀ ਖਾਣਾ। ਕੰਦ ਮੂਲ ਚੁਣ ਖਾਇਆ, ਉੱਥੇ ਪੇਟ ਭਰਨ ਦਾ ਫਿਕਰ ਪਿਆ ਰਿਹਾ। ਅਤੇ ਕਿਹੜਾ ਕੰਮ ਕੀਤਾ? ਕਹਿੰਦੇ ਰੱਬ ਨੂੰ ਕਿਹੜੇ ਵੇਲੇ ਯਾਦ ਕੀਤਾ? ਅਤੇ ਕਹਿੰਦੇ ਬਨ ਖੰਡ ਜਾਏ ਜੋਗ ਤਪ ਕੀਨੋ। ਜਿਹੜਾ ਤਪ ਕਰਨਾ, ਜੋਗ ਕਮਾਉਣਾ, ਇਹ ਤਾਂ ਲੋਕਾਂ ਦੀਆਂ ਨਿਗਾਹ ਦੇ ਵਿੱਚ ਹੀ ਤੂੰ ਜੋਗੀ ਹੈ, ਲੋਕਾਂ ਦੀਆਂ ਨਿਗਾਹ ਦੇ ਵਿੱਚ ਹੀ ਤੂੰ ਤਪੀਸ਼ਰ ਹੈ। ਰੱਬ ਦੀ ਨਿਗਾਹ ਵਿੱਚ ਤੂੰ ਪੇਟ ਭਰਦਾ ਪਿਆ, ਇੱਥੇ ਹੋਰ ਕੁਝ ਨਹੀਂ ਕਰਦਾ ਪਿਆ। ਕੰਦ ਮੂਲ ਚੁਣ ਖਾਇਆ, ਨਾਦੀ ਬੇਦੀ ਸਭ ਦੀ ਮੋਨੀ, ਜਮ ਕੇ ਪਟੈਲ ਖਾਇਆ। ਨਾਦੀ ਹੁੰਦੇ ਨੇ ਜਿਹੜੇ ਨਾਦ ਸੁਣਨੇ ਵਾਲੇ,
ਜੋਗੀ ਜਿਹੜੇ ਹੈ ਇਹ ਨਾਦ ਵਜਾਉਂਦੇ ਆ, ਨਾਦ ਸੁਣਦੇ ਆ। ਇੱਕ ਤਾਂ ਨਾਦ ਗੁਰਮਤਿ ਵਿੱਚ ਵੀ ਕਿਹਾ, ਉਹਨੂੰ ਅਨਹਦ ਸ਼ਬਦ ਕਿਹਾ ਹੋਇਆ। ਉਹ ਜਿਹੜਾ ਨਾਦ ਵੱਜਦਾ ਉਹਨੂੰ ਨਾ ਵਜਾਉਣਾ ਨਹੀਂ ਪੈਂਦਾ, ਉਹ ਕੋਈ ਸਾਜ਼ ਨਹੀਂ ਹੈ। ਜਿਹੜਾ ਰੱਬ ਨੇ ਸਾਨੂੰ ਆ ਜੰਤਰ ਦਿੱਤਾ ਨਾ ਸਰੀਰੇ ਦੇ ਵਿੱਚ ਆਟੋਮੈਟਿਕ ਹੀ ਵੱਜਦਾ, ਉਹ ਨਾਦ ਹੋਰ ਹੈ। ਇਹ ਨਾਦ ਜਿਹੜੇ ਜੋਗੀ ਜਨ ਸਿੰਗੀ ਵਜਾਉਂਦੇ ਨੇ, ਉਸ ਨਾਦ ਨੂੰ ਸੁਣ ਕੇ ਉਹ 'ਚ ਮਸਤ ਹੁੰਦੇ ਨੇ। ਨਾਦੀ ਕੋਈ ਵੀ ਜਿਹੜਾ ਸਾਜ਼ ਨੂੰ ਸੁਣ ਕੇ ਮਸਤ ਹੁੰਦਾ ਉਹ ਨਾਦੀ ਹੈ। ਕੋਈ ਵੀ ਜਿਹੜਾ ਸਾਜ਼ ਨੂੰ, ਜਿਹਦੀ ਬੰਦਗੀ ਸਾਜ਼ ਨੂੰ ਸੁਣ ਕੇ ਚੱਲਦੀ, ਨਾਦੀ ਹੋ ਗਿਆ। ਸੋ ਉਹਨੂੰ ਸਹਾਰਾ ਲੈਣਾ ਪੈਂਦਾ ਨਾਦ ਦਾ, ਸਾਜ਼ ਦਾ, ਫਿਰ ਜਾ ਕੇ ਉਹ ਮਸਤੀ 'ਚ ਆਉਂਦਾ, ਫਿਰ ਜਾ ਕੇ ਸੋ ਉਹਦੀ ਸਮਾਧੀ ਲੱਗਦੀ ਹੈ। ਅਤੇ ਉਹ ਤਾਂ ਫਿਰ ਨਾਦੀ, ਉਹਨੂੰ ਨਾਦੀ ਕਹਿ ਦਿੱਤਾ। ਫਿਰ ਕਹਿਤਾ ਬੇਦੀ। ਬੇਦੀ ਜਿਹੜੇ ਵੇਦਾਂ ਨੂੰ ਸੁਣਦੇ ਨੇ, ਪੜ੍ਹਦੇ ਨੇ, ਵਿਚਾਰਦੇ ਨੇ, ਉਹਨਾਂ ਨੂੰ ਬੇਦੀ ਕਹਿ ਦਿੱਤਾ। ਇਹ ਬੇਦੀ ਵੀ ਬਹੁਤ ਨੇ, ਨਾਦੀ ਵੀ ਬੜੇ ਨੇ ਕਹਿੰਦੇ। ਸ਼ਬਦੀ, ਸੋ ਸ਼ਬਦੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਜੰਤਰਾਂ ਮੰਤਰਾਂ, ਧਾਗਿਆਂ, ਟੂਣਿਆਂ, ਤਵੀਤਾਂ ਦੇ ਉੱਤੇ ਵਿਸ਼ਵਾਸ ਰੱਖਦੇ ਆ। ਕਿਉਂਕਿ ਉਹਨਾਂ ਕੋਲ ਤਾਂ ਮੰਤਰ ਪੜ੍ਹਦੇ ਹੀ ਆ ਨਾ, ਉਹਨਾਂ ਤੋਂ ਆਪਣਾ ਸ਼ਬਦ ਹੈ। ਹੁਣ ਉਹ ਗੁਰਮਤਿ ਵਾਲਾ ਤਾਂ ਸ਼ਬਦ ਨਹੀਂ। ਹੁਣ ਬੇਦੀ ਨਾਦੀ ਇਹ ਗੁਰਮਤਿ ਵਾਲਾ ਤਾਂ ਸਿਸਟਮ ਹੋਰ ਹੈ। ਜਿੱਦਾਂ ਮਹਾਰਾਜ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਉਹ ਤਾਂ ਹੋਰ ਹੋ ਗਿਆ ਨਾ। ਉਹ ਤਾਂ ਵੇਦ ਵੀ ਹੋਰ ਹੈ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਉਹ ਵੇਦ ਕੀ ਹੈ? ਬਾਣੀ, ਉਹ ਤਾਂ ਬਾਣੀ ਹੋ ਗਿਆ ਨਾ ਵੇਦ। ਸੋ ਇੱਥੇ ਹੁਣ ਨਾਦੀ ਵੱਖਰਾ, ਬੇਦੀ ਵੱਖਰਾ, ਸ਼ਬਦੀ ਵੀ ਉਹ ਨੇ ਜਿਹੜੇ ਜੰਤਰ ਮੰਤਰ ਕਰਨੇ ਵਾਲੇ ਨੇ। ਸੋ ਅਸ਼ਟਭੁਜੀ ਦਾ ਮੰਤਰ ਆ ਗਿਆ, ਫਲਾਨਾ ਮੰਤਰ ਆ ਗਿਆ, ਫਲਾਨਾ ਮੰਤਰ ਆ ਗਿਆ, ਉਹਨਾਂ ਨੂੰ ਸਾਰਿਆਂ ਨੂੰ ਸ਼ਬਦੀ ਕਹਿ ਦਿੱਤਾ ਕਬੀਰ ਸਾਹਿਬ ਜੀ ਨੇ। ਅਤੇ ਇੱਕ ਸ਼ਬਦ ਵਰਤਿਆ ਉਹਨਾਂ ਨੇ ਮੋਨੀ। ਸੋ ਵੀ ਬੋਲਣਾ ਹੀ ਨਹੀਂ ਕੁਝ। ਸੋ ਇੱਦਾਂ ਵੀ ਨਹੀਂ, ਇੱਦਾਂ ਦੇ ਵੀ ਹਨ ਜਿਹੜੇ ਕੁਝ ਨਹੀਂ ਬੋਲਦੇ, ਕਿੰਨਾ ਕਿੰਨਾ ਚਿਰ ਮੌਨ ਧਾਰਨ ਕਰਦੇ ਹੈ। ਇੱਦਾਂ ਦਾ ਦਰਖਤ ਸਾਰੇ ਮੌਨ ਹੀ ਹੈ, ਕਿਹੜਾ ਬੋਲਦੇ ਆ। ਮਹਾਰਾਜ 10ਵੇਂ ਪਾਤਸ਼ਾਹ ਜੀ ਕਹਿੰਦੇ ਨਹੀਂ ਰੱਬ ਪਾ ਲਿਆ, ਇਹ ਬੋਲਦੇ ਆ ਦਰਖਤ। ਇਹਨਾਂ ਕੋਲ ਜਿੱਦਾਂ ਸਾਡੇ ਕੋਲ ਜ਼ੁਬਾਨ ਹੈ, ਕੋਈ ਜ਼ੁਬਾਨ ਨਹੀਂ। ਉਂਝ ਬੋਲਦੇ ਨੇ, ਦੇਖਦੇ ਨੇ, ਸੁਣਦੇ ਨੇ, ਪਰ ਸਾਡੇ ਵਾਂਗੂ ਜ਼ੁਬਾਨ ਨਹੀਂ ਇਹਨਾਂ ਦੇ ਕੋਲ। ਸੋ ਇਹ ਹੁਣ ਉਸ ਮੌਨ ਨੂੰ ਵੀ ਕੀ ਕਰਨਾ ਵੀ ਮਨ ਤਾਂ ਚੁੱਪ ਨਹੀਂ ਕੀਤਾ, ਜਿਹਨੂੰ ਚੁੱਪ ਕਰਾਉਣਾ ਸੀਗਾ। ਰਸਨਾ ਨੂੰ ਚੁੱਪ ਕਰਾ ਰਿਹਾ। ਅਤੇ ਇਹੋ ਜਿਹਾ ਮੌਨੀ ਨਹੀਂ ਚਾਹੀਦੇ। ਬੜੇ ਨੇ ਇਹੋ ਜਿਹਾ ਮੌਨੀ ਪਾਤਸ਼ਾਹ ਕਹਿੰਦੇ ਇਹ ਸਾਰੇ ਹੀ ਜੰਮ ਕੇ ਪਟਾ ਲਿਖਾਇਆ। ਜੰਮ ਦੇ ਹਿਸਾਬ ਕਿਤਾਬ ਵਿੱਚ ਨਹੀਂ, ਉਹਦੇ ਹਿਸਾਬ ਕਿਤਾਬ ਦੇ ਵਿੱਚ ਲਿਖੇ ਹੋਏ ਨੇ। ਇਹਨਾਂ ਨੂੰ ਜਮਾਂ ਨੇ ਹੀ ਲੈ ਕੇ ਜਾਣਾ। ਇਹਨਾਂ ਦਾ ਲੇਖਾ ਹਿਸਾਬ ਜਮਾਂ ਨਹੀਂ ਕਰਨਾ। ਜਮਾਂ ਨੇ ਫੜਨਾ, ਜਮਾਂ ਨੇ ਲੈ ਕੇ ਜਾਣਾ। ਅਤੇ ਉਹ ਕਿੱਦਾਂ ਲੈ ਕੇ ਜਾਂਦਾ ਵੀ ਉਹਨਾਂ 'ਤੇ ਡਿਪੈਂਡ ਕਰਦਾ, ਉਹਨਾਂ 'ਤੇ ਨਿਰਭਰ ਕਰਦਾ। ਇਹ ਸਭ ਜਮਾਂ ਦੇ ਵਸ ਪੈਣੇ ਵਾਲੇ ਨੇ ਪਾਤਸ਼ਾਹ ਕਹਿੰਦੇ ਕਬੀਰ ਸਾਹਿਬ। ਭਗਤ ਨਾਰ ਦੀ ਹਿਰਦੈ ਨਾ ਆਈ, ਕਾਸ਼ ਕੂਸ਼ ਧਨ ਦੀਨਾ। ਆਕਾਸ਼ ਕੂਸ਼ ਧਨ ਦੀਨਾ। ਹੁਣ ਸਰੀਰ ਕਿਹਨੂੰ ਦਿੱਤਾ? ਜਿਹੜਾ ਜੋਗੀ ਆ ਜਾਂ ਤਪੀਸ਼ਰ ਹੈ, ਹਾਂਜੀ, ਅਤੇ ਜਾਂ ਜਿਹੜੇ ਭ੍ਰਮਣ ਕਰਨੇ ਵਾਲੇ ਨੇ, ਤਪ ਕਰਨੇ ਵਾਲੇ, ਇਹਨਾਂ ਨੇ ਆਪਣਾ ਤਨ ਕਿਹਨੂੰ ਦਿੱਤਾ ਹੈ? ਤਨ 'ਤੇ ਕਸ਼ਟ ਬੜਾ ਸਹਾਰਿਆ, ਭੁੱਖੇ ਰਹੇ, ਅਣਿੰਦਰੇ ਰਹੇ, ਕੰਦ ਮੂਲ ਚੁਣ ਚੁਣ ਕੇ ਖਾਇਆ। ਇਹਨਾਂ ਨੇ ਆਪੋ ਆਪਣੇ ਮੱਤ ਨੂੰ ਤਨ ਦੇ ਦਿੱਤਾ। ਉਸ ਜਿਸ ਮੱਤ ਵਿੱਚ ਸੀਗੇ, ਜਾਂ ਯੋਗ ਮੱਤ ਹੈ ਅਤੇ ਜਾਂ ਸੰਨਿਆਸੀਆਂ ਦਾ ਮੱਤ ਹੈ, ਬ੍ਰਹਮਚਾਰੀ ਹੈ, ਆਪੋ ਆਪਣੇ ਮੱਤ ਨੂੰ ਇਹਨਾਂ ਨੇ ਆਪਣਾ ਤਨ ਕਾਛ ਕੂਛ ਕੇ ਦੇ ਦਿੱਤਾ, ਕੱਟ ਕੱਟ ਕੇ ਦੇ ਦਿੱਤਾ ਹੈ। ਦਿਨੇ ਵੀ ਲੱਗੇ ਰਹੇ, ਰਾਤ ਵੀ ਲੱਗੇ ਰਹੇ। ਭਾਵ ਕਾਛ ਕੂਛ ਸ਼ਬਦ ਤਾਂ ਵਰਤਿਆ ਵੀ ਇਹ ਜਪ ਤਪ ਕਰਨਾ ਇੰਨਾ ਆਸਾਨ ਨਹੀਂ ਹੈ, ਬੜਾ ਔਖਾ। ਭੁੱਖੇ ਰਹਿਣਾ, ਫਿਰ ਸਾਰੇ ਜੀਵ ਦੇ ਸਵਾਦ ਤਿਆਗੇ, ਜੜ੍ਹਾਂ ਖਾਣੀਆਂ, ਪੱਤੇ ਖਾਣੇ, ਕੰਦ ਮੂਲ ਚੁਣ ਚੁਣ ਕੇ ਖਾਣਾ। ਕਾਚ ਕੂਚ ਕੇ ਤਨ ਦੇਣ ਵਾਲੀ ਗੱਲ ਹੈ। ਬੰਦੇ ਨੂੰ ਇੱਕ ਟਾਈਮ ਰੋਟੀ ਨਾ ਮਿਲੇ ਅਤੇ ਅੰਦਰੋਂ ਉਹਦਾ ਸਰੀਰ ਵੱਢ ਹੋਣ ਲੱਗ ਪੈਂਦਾ। ਕਾਚ ਕੂਚ ਤਨ ਦੇਣ ਵਾਲੀ ਗੱਲ ਹੋ ਜਾਂਦੀ। ਹੁਣ ਜਿਹੜੇ 7-7 ਦਿਨ ਵੀ ਭੁੱਖੇ ਰਹਿੰਦੇ, ਕਾਚ ਕੂਚ ਤਨ ਦਿਨਾ, ਜੋਗ ਮੱਤ ਨੂੰ ਕਾਚ ਕੂਚ ਕੇ ਤਨ ਦੇ ਦਿੱਤਾ। ਅਤੇ ਅੰਦਰ ਜਿਹੜੀ ਭਗਤੀ ਚਾਹੀਦੀ ਸੀ ਆਈ ਨਹੀਂ। ਨਾਰ ਦੀ ਭਗਤੀ ਚਾਹੀਦੀ ਸੀ, ਨਾਰ ਦੀ।
ਸੋ ਉਹ ਭਗਤੀ ਚਾਹੀਦੀ ਸੀ ਜਿਹੜੀ ਰੱਦ ਨਾ ਹੋਵੇ, ਨਾ ਇੱਥੇ ਰੱਦ ਹੋਵੇ, ਨਾ ਦਰਗਾਹ ਦੇ ਵਿੱਚ ਰੱਦ ਹੋਵੇ। ਇਹਨੇ ਜਿਹੜੇ ਜਿਹਨੂੰ ਭਗਤੀ ਸਮਝਦਾ ਸੀ ਉਹ ਤਾਂ ਰੱਦ ਕਰਤੇ, ਜਮ ਨਹੀਂ ਰੱਦ ਕਰ ਦਿੱਤੇ। ਉਹ ਤਾਂ ਜਿਹਨੂੰ ਇਹ ਭਗਤੀ ਮੰਨਦਾ ਸੀ ਨਾ, ਇਹਦਾ ਜਿਹੜਾ ਯੋਗ ਮਤ ਹੈ ਜਾਂ ਜੋ ਇਹਦਾ ਬ੍ਰਹਮਚਰਜ ਮਤ ਸੀਗਾ, ਉਹ ਤਾਂ ਜਮ ਨਹੀਂ ਰੱਦ ਕਰ ਦਿੱਤੇ। ਜਮ ਨਹੀਂ ਜਦ ਸਤਿਕਾਰ ਨਹੀਂ ਦਿੱਤਾ, ਜਮ ਨਹੀਂ ਪਕੜ ਲਿਆ, ਤਾਂ ਜਮ ਨਹੀਂ ਰੱਦ ਕਰ ਦਿੱਤੇ। ਇੱਕ ਨਾਮ ਜਪਣਾ, ਬ੍ਰਹਮ ਵਿਚਾਰ, ਇਹ ਨਾਰਦੀ ਭਗਤੀ ਹੈ। ਇਹਨੂੰ ਜਮ ਰੱਦ ਨਹੀਂ ਕਰ ਸਕਦਾ। ਇਸ ਲੋਕ ਵਿੱਚ ਵੀ ਇਹ ਭਗਤੀ ਰੱਦ ਨਹੀਂ ਹੋ ਸਕਦੀ, ਇਹਨੂੰ ਜਮ ਨਹੀਂ ਰੱਦ ਕਰ ਸਕਦਾ। ਪ੍ਰਲੋਕ ਵਿੱਚ ਵੀ ਇਹ ਬੰਦਗੀ ਰੱਦ ਨਹੀਂ ਹੋ ਸਕਦੀ। ਇਹ ਭਗਤੀ ਤਾਂ ਤੂੰ ਕੀਤੀ ਨਹੀਂ। ਇਹ ਤਾਂ ਤੇਰੇ ਬ੍ਰਹਮ ਦੀ ਵਿਚਾਰ ਜਿਹੜੀ ਹੁੰਦੀ ਹੈ, ਇਹਨੂੰ ਨਾਰਦੀ ਭਗਤੀ ਕਿਹਾ ਜਾਂਦਾ ਵੀ ਇਹ ਨਾਲ ਨਿਭਣੇ ਵਾਲੀ ਹੈ, ਇਹਨੂੰ ਰੱਦ ਨਹੀਂ ਕੋਈ ਕਰ ਸਕਦਾ। ਉਹ ਤਾਂ ਤੇਰੇ ਹਿਰਦੇ ਵਿੱਚ ਨਹੀਂ ਆਈ। ਕੀ ਕਰਨਾ, ਕਾਚ ਕੂਚ ਤਨ ਦੀਨਾ, ਸਰੀਰ ਨੂੰ ਇੰਨਾ ਕਸ਼ਟ ਦਿੱਤਾ, ਕਦੀ ਕੁਛ ਕਰਦਾ ਰਿਹਾ। ਕਹਿੰਦੇ ਇੰਨਾ ਕੋਈ ਫਰਕ ਨਹੀਂ ਪੈਂਦਾ। ਕਬੀਰ ਸਾਹਿਬ ਜੀ ਕਹਿੰਦੇ ਨਾਰਦੀ ਭਗਤੀ ਜਿਹੜੀ ਉਹ ਚਾਹੀਦੀ ਸੀ। ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪੈ ਕਿਆ ਲੀਨਾ। ਉਂਝ ਰਾਗ ਗਾਉਂਦਾ, ਰਾਗਣੀਆਂ ਗਾਉਂਦਾ, ਡਿੰਬ ਪਖੰਡ ਕਰੀ ਜਾਂਦਾ। ਕਹਿੰਦੇ ਡਿੰਬ ਹੋਏ ਬੈਠਾ, ਸੋ ਪਖੰਡ ਕਰਦਾ ਪਿਆ, ਮੈਨੂੰ ਆਹ ਰਾਗ ਆਉਂਦਾ ਵੀ ਆਹ ਰਾਗਣੀ ਆਉਂਦੀ ਆ, ਇਸ ਰਾਗ ਦੇ ਵਿੱਚ ਚਾਹੀਦਾ, ਇਸ ਰਾਗ 'ਚ ਆਹ ਸ਼ਬਦ ਚਾਹੀਦਾ। ਸੋ ਬੜੇ ਨੇ ਐਸੇ, ਸੋ ਜਿਹੜੇ ਕਹਿਣਗੇ ਨਹੀਂ ਵੀ ਆਹ ਸੁਰ ਗਲਤ ਲਾ ਗਿਆ, ਆਹ ਸੁਰ ਆਹ ਇੰਝ ਲੱਗਦੀ ਸੀ, ਅਤੇ ਇਹ ਡਿੰਬ ਹੈ। ਸੋ ਭਾਵ ਜੇ ਮਨ ਨਹੀਂ ਲੱਗਦਾ, ਡਿੰਬ ਹੈ, ਪਖੰਡ ਹੈ ਸਾਰਾ। ਰਾਗ ਨਹੀਂ ਡਿੰਬ ਹੋਏ ਬੈਠਾ, ਪਖੰਡ ਕਰਦਾ ਪਿਆ। ਕਹਿੰਦੇ ਹੁਣ ਹਰ ਪੈ ਕਿਆ ਲੀਨਾ, ਇਹੋ ਜਿਹਾ ਨੇ ਹਰੀ ਤੋਂ ਕੀ ਲੈ ਲਿਆ, ਰੱਬ ਤੋਂ ਕੀ ਲੈ ਲਿਆ। ਭਾਵੇਂ ਭਾਈ ਜੋ ਵੀ ਗਾਉਂਦਾ, ਭਜਨ ਗਾਉਂਦਾ, ਗੁਰਬਾਣੀ ਗਾਉਂਦਾ, ਜੋ ਵੀ ਗਾਉਂਦਾ ਪਿਆ, ਅਤੇ ਜੇ ਸੋ ਆਪਣੇ ਮਨ ਦਾ ਭਰਮ ਹੈ, ਮਨ 'ਚੋਂ ਭਰਮ ਨਹੀਂ ਗਿਆ, ਲੋਕਾਂ ਨੂੰ ਦਿਖਾਉਂਦਾ, ਪਖੰਡ ਕਰਦਾ, ਕਹਿੰਦੇ ਕੁਝ ਨਹੀਂ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਕਹਿੰਦੇ ਨੇ ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਬ੍ਰਹਮ ਗਿਆਨੀ। ਇਹਨਾਂ ਸਾਰਿਆਂ ਦੇ ਉੱਤੇ ਕਾਲ ਪੈਂਦਾ। ਉਹਨੇ ਇਹ ਨਹੀਂ ਦੇਖਣਾ ਵੀ ਇਹਨੂੰ ਰਾਗ ਆਉਂਦੇ ਆ, ਰਾਗਣੀਆਂ ਆਉਂਦੀਆਂ, ਆਵਾਜ਼ ਚੰਗੀ ਹੈ, ਸੁਰ ਤਾਲ ਚੰਗਾ ਨਹੀਂ। ਕਹਿੰਦੇ ਜੇ ਨਾਰਦੀ ਭਗਤ ਹੈ ਨਹੀਂ ਨਾ ਇਹਦੇ ਅੰਦਰ, ਬ੍ਰਹਮ ਦੀ ਵਿਚਾਰ ਹੈ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਇਹ ਨਾ ਕਾਲ ਨੇ ਪਕੜਨੇ ਨੇ ਸਾਰੇ। ਫੇਰ ਕਹਿ ਦਿੱਤਾ ਗਿਆਨੀਆਂ ਦੀ ਗੱਲ ਕਰਤੀ। ਜਿਹੜੇ ਗਿਆਨੀ ਨੇ ਉਹਦੇ ਵਿੱਚ ਸਾਰੇ ਹੀ ਆ ਜਾਂਦੇ ਨੇ। ਪੰਡਿਤ ਲੋਕ ਆ ਗਏ, ਵੇਦਾਂ ਦੀ ਵਿਚਾਰ ਕਰਨੇ ਵਾਲੇ ਅਤੇ ਕਥਾਵਾਚਕ ਗਿਆਨੀ, ਬਾਣੀ ਨੂੰ ਪੜ੍ਹ ਕੇ ਅਰਥ ਕੱਢਣੇ, ਦੂਜਿਆਂ ਨੂੰ ਸਮਝਾਉਣੇ, ਦੱਸਣੇ ਵੀ ਇੱਦਾਂ ਬਾਣੀ ਕਹਿੰਦੀ ਹੈ, ਇੱਦਾਂ ਬਾਣੀ ਕਹਿੰਦੀ ਹੈ। ਤੇਰੇ ਅੰਦਰਲਾ ਭਰਮ ਤਾਂ ਗਿਆ ਹੀ ਨਹੀਂ। ਇਹ ਭਰਮ ਗਿਆਨੀ ਹੁੰਦੇ ਨੇ ਸਾਰੇ। ਸੋ ਜਿਨ੍ਹਾਂ ਦੇ ਆਪਣੇ ਅੰਦਰ ਭਰਮ ਪਲ ਰਿਹਾ ਹੈ, ਭਰਮ ਗਿਆ ਨਹੀਂ, ਅਤੇ ਉਂਝ ਗਿਆਨ ਬੜਾ ਕਰਦੇ ਨੇ, ਦੂਸਰਿਆਂ ਨੂੰ ਬੜਾ ਸਮਝਾਉਂਦੇ ਨੇ, ਬੜਾ ਦੱਸਦੇ ਨੇ, ਉਹਨਾਂ ਨੂੰ ਭਰਮ ਗਿਆਨੀ ਕਹਿ ਦਿੱਤਾ ਹੈ। ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਕਾਲ ਦੇ ਵਾਸੇ ਹੀ ਪੈਣੇ ਨੇ। ਕਹਿੰਦੇ ਉੱਥੇ ਕਾਲ ਨੇ ਥੋੜ੍ਹੀ ਦੇਖਣਾ ਵੀ ਬਾਣੀ ਦੀ ਕਥਾ ਕਰਦਾ ਸੀ, ਬਾਣੀ ਸਮਝਾਉਂਦਾ ਸੀਗਾ, ਉਹਨੇ ਇਹ ਨਹੀਂ ਵੇਖਣਾ। ਉਹਨੇ ਕਿਹਾ ਤੇਰੇ ਮਨ ਦਾ ਭਰਮ ਤਾਂ ਗਿਆ ਹੀ ਨਹੀਂ। ਜਿਹੜੀ ਨਾਰਦੀ ਭਗਤੀ ਸੀ, ਬ੍ਰਹਮ ਦੀ ਵਿਚਾਰ ਸੀ, ਉਹ ਤਾਂ ਤੇਰੇ ਅੰਦਰ ਹੀ ਨਹੀਂ ਆਈ। ਕਾਲ ਨੇ ਇਸ ਨੂੰ ਪਕੜ ਲੈਣਾ, ਉਹ ਕਾਲ ਦੀ ਗ੍ਰਿਫਤ ਵਿੱਚ ਹੋ ਜਾਣਾ। ਕਹਿੰਦੇ ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਹੁਣ ਅਖੀਰ ਦੇ ਵਿੱਚ ਕਬੀਰ ਸਾਹਿਬ ਜੀ ਨੇ ਗੱਲ ਕਰ ਦਿੱਤੀ ਹੈ ਜਨ ਦੀ। ਜਨ ਹੀ ਖਾਲਸਾ ਹੁੰਦਾ ਹੈ। ਦੇਖੋ ਕਬੀਰ ਸਾਹਿਬ ਜੀ ਨੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਹਿਲੋਂ ਹੀ ਉਹਨਾਂ ਨੇ ਸ਼ਬਦ ਖਾਲਸਾ ਵਰਤਿਆ, ਅਤੇ ਉਹਨਾਂ ਨੇ ਜਨ ਸ਼ਬਦ ਨਾਲ ਵਰਤ ਦਿੱਤਾ। ਉਂਝ ਜਨ ਸ਼ਬਦ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਆਇਆ। ਜਿਹੜਾ ਜਨ ਸ਼ਬਦ ਹੈ ਬੜੀ ਵਾਰੀ ਆਇਆ। ਜਦੋਂ ਕਬੀਰ ਸਾਹਿਬ ਨੇ ਜਨ ਦੀ ਵਿਆਖਿਆ ਕੀਤੀ ਹੈ, ਅਤੇ ਉਸ ਵਕਤ ਕਦੀ ਸੋ ਉਹਨਾਂ ਨੇ ਰੋੜੇ ਦੀ ਮਿਸਾਲ ਦਿੱਤੀ ਹੈ ਵੀ ਜਨ ਰੋੜੇ ਵਰਗਾ ਹੋਣਾ ਚਾਹੀਦਾ ਹੈ। ਫਿਰ ਉਹਨਾਂ ਨੇ ਕਹਿ ਦਿੱਤਾ ਨੇ ਜੀ ਮਿੱਟੀ ਵਰਗਾ ਜਨ ਚਾਹੀਦਾ, ਪਾਣੀ ਵਰਗਾ ਜਨ ਚਾਹੀਦਾ, ਪਰ ਆਪ ਹੀ ਰੱਦ ਕਰੀ ਜਾਂਦੇ ਸੀ। ਕਹਿੰਦੇ ਰੋੜਾ ਤਾਂ ਪੈਰਾਂ ਨੂੰ ਵੱਜਦਾ। ਰੋੜਾ ਹੋਈ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ। ਠੀਕ ਹੈ, ਮਨ ਦਾ ਹੰਕਾਰ ਤਜ ਲਿਆ ਉਸਨੇ, ਉਹ ਡਿੱਗਿਆ ਹੋਇਆ, ਕਿਸੇ ਦੇ ਕੰਮ ਨਹੀਂ ਆ ਰਿਹਾ। ਪਰ ਭਾਈ ਉਹ ਬੰਦਾ ਵੀ ਕਾਹਦਾ,
ਬੰਦਾ ਵੀ ਕਹਦਾ ਚਲੋ ਆਪ ਤਾਂ ਕਹਿੰਦਾ ਮੈਂ ਕੁਝ ਨਹੀਂ ਕਰ ਸਕਦਾ, ਤੇ ਦੂਜਿਆਂ ਦੇ ਰਾਹ ਦਾ ਰੋੜਾ ਬਣਦਾ, ਉਹ ਜਨ ਥੋੜ੍ਹੀ ਹੋ ਸਕਦਾ। ਫਿਰ ਪਾਣੀ ਦੀ ਗੱਲ ਕੀਤੀ ਕਬੀਰ ਨੇ, ਪਾਣੀ ਦੀ ਗੱਲ ਕਰਦੇ ਕਹਿੰਦੇ ਪਾਣੀ ਠੀਕ ਹੈ ਪਿਆਸ ਬੁਝਾਉਂਦਾ, ਨਿਵਾਣ ਵਾਲੇ ਪਾਸੇ ਚੱਲਦਾ, ਅਤੇ ਪਰ ਇਹਦੇ 'ਚ ਔਗਣ ਕੀ ਹੈ, ਕਹਿੰਦੇ ਕਦੀ ਇਹ ਤੱਤਾ ਕਦੀ ਇਹ ਠੰਡਾ। ਅੱਗ ਬਾਲ ਦਿਓ ਤੱਤਾ ਹੋ ਜਾਂਦਾ, ਜਨ ਤਾਂ ਨਹੀਂ ਹੋ ਸਕਦਾ ਤੱਤਾ, ਜਿੰਨੀ ਮਰਜ਼ੀ ਅੱਗ ਬਾਲ ਦਿਓ। ਜਨ ਦੇ ਵਿੱਚ ਥੱਲੇ ਉਹਦੇ ਜਿੰਨੀ ਮਰਜ਼ੀ ਅੱਗ ਬਾਲ ਦਿਓ। ਕ੍ਰੋਧ ਦੀ ਅਗਨੀ ਨਾਲ ਜਨ ਤੱਤਾ ਹੁੰਦਾ, ਕੋਈ ਕ੍ਰੋਧ ਦੇ ਨਾਲ ਜਿੰਨੇ ਮਰਜ਼ੀ ਬਚਨ ਕਹਿ ਦੇਵੇ, ਜਨ ਨਹੀਂ ਕਦੀ ਤੱਤਾ ਹੁੰਦਾ। ਜਿਹੜਾ ਕ੍ਰੋਧ ਦੀ ਕੀਤੀ ਹੋਈ ਗੱਲ ਨੂੰ ਸਹਿਣ ਨਹੀਂ ਕਰ ਸਕਦਾ, ਤੱਤਾ ਹੋ ਜਾਂਦਾ ਹੈ, ਉਹ ਜਨ ਨਹੀਂ ਹੋ ਸਕਦਾ। ਅਤੇ ਉਂਝ ਕਦੀ ਨਿਮਰਤਾ ਵਿੱਚ ਆ ਗਿਆ, ਕਦੀ ਤੱਤਾ ਹੋ ਗਿਆ, ਉਹਨੂੰ ਜਨ ਨਹੀਂ ਕਿਹਾ ਕਬੀਰ ਜੀ ਨੇ। ਨਾ ਹੀ ਮਿੱਟੀ ਨੂੰ ਜਨ ਕਿਹਾ। ਹਾਲਾਂਕਿ ਮਿੱਟੀ ਬੜੀ ਵੱਡਾ ਸ਼ਬਦ ਹੈ, ਮਿੱਟੀ ਵੀ ਇਹ ਜਿਹੜੀ ਮਿੱਟੀ ਖਾਕ ਨਾ ਦਿੰਦੀ ਏ, ਖਾਕੂ ਜੇੜ ਨਾ ਕੋਈ ਜੀਵ ਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ, ਹੈ ਨਾ। ਪਰ ਕਬੀਰ ਸਾਹਿਬ ਜੀ ਕਹਿੰਦੇ ਜਨ ਤਾਂ ਮਿੱਟੀ ਦੇ ਨਾਲ ਵੀ ਤੁਲਨਾ ਨਹੀਂ ਕਰ ਸਕਦੇ, ਕਿਉਂਕਿ ਅੱਖਾਂ 'ਚ ਪੈਂਦੀ ਹੈ, ਉਡ ਲੱਗ ਗਏ ਅੰਗ, ਸਰੀਰ ਮੈਲਾ ਹੁੰਦਾ, ਕੀ ਕਰਨਾ ਇਹੋ ਜਿਹੀ ਮਿੱਟੀ ਨੂੰ। ਕਹਿੰਦੇ ਹਰ ਜਨ ਤਾਂ ਹਰੀ ਵਰਗਾ। ਹੁਣ ਇੱਥੇ ਖਾਲਸਾ, ਇੱਥੇ ਕਬੀਰ ਸਾਹਿਬ ਜੀ ਕਹਿੰਦੇ ਜਨ ਖਾਲਸੇ ਵਰਗਾ, ਖਾਲਸਾ ਜਨ ਵਰਗਾ। ਗੁਰੂ ਕਲਗੀਧਰ ਮਹਾਰਾਜ ਨੇ ਜਦੋਂ ਖਾਲਸੇ ਦੇ ਬਚਨ ਕੀਤੇ, ਕਹਿੰਦੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਰੱਬ ਦੀ ਮੌਜ, ਭਾਵ ਉਹਦੀ ਆਪਣੀ ਇੱਛਾ ਸੀ, ਫਿਰ ਖਾਲਸਾ ਪ੍ਰਗਟ ਹੋਇਆ। ਕਹਿੰਦੇ ਹਉ ਖਾਲਸੇ ਖਾ ਖਾਲਸਾ ਮੇਰੋ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਸੋ ਜਿੰਨੀ ਵਡਿਆਈ ਗੁਰੂ ਕਲਗੀਧਰ ਮਹਾਰਾਜ ਨੇ ਫਿਰ ਖਾਲਸੇ ਨੂੰ ਦਿੱਤੀ ਹੈ, ਖਾਲਸੇ ਦੇ ਸੰਬੰਧ ਵਿੱਚ ਜੋ ਸਾਨੂੰ ਸਮਝਾਇਆ, ਅਤੇ ਇੰਨਾ ਪਹਿਲੋਂ ਕਿਸੇ ਨੇ ਨਹੀਂ ਸਮਝਾਇਆ। ਜਨ ਬਾਰੇ ਸਮਝਾਇਆ, ਜਨ ਦੀ ਗੱਲ ਬਹੁਤ ਕੀਤੀ ਗੁਰਬਾਣੀ 'ਚ, ਜਨ ਬਾਰੇ ਬਹੁਤ ਹੁੰਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਬੀਰ ਦੇ ਬਚਨ ਨੇ। ਅਤੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਕਹਿੰਦੇ ਖਾਲਸਾ ਕਾਲ ਪੁਰਖ ਕੀ ਪੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਹਿੰਦੇ ਖਾਲਸਾ ਮੇਰਾ ਸੱਜਣ ਹੈ, ਖਾਲਸਾ ਸੂਰਾ ਆ, ਖਾਲਸਾ ਮੇਰਾ ਸਤਿਗੁਰੂ ਹੈ, ਖਾਲਸਾ ਮੇਰਾ ਸਤਿਗੁਰੂ। ਇੱਥੇ ਕਬੀਰ ਸਾਹਿਬ ਨੇ ਖਾਲਸੇ ਦਾ ਵਚਨ ਵਰਤਿਆ। ਕਹਿੰਦੇ ਕਹੋ ਕਬੀਰ ਜਨਾਂ ਨੇ ਹੀ ਖਾਲਸਾ ਬਣਨਾ, ਜਨ ਹੀ ਖਾਲਸੇ ਬਣੇ। ਪੰਜਾਂ ਪਿਆਰਿਆਂ ਦੀ ਜਦੋਂ ਚੋਣ ਹੋਈ ਜਨ ਸੀਗੇ, ਭਾਈ ਦਇਆ ਸਿੰਘ ਜੀ ਜਨ ਸੀਗੇ, ਜਿਨ੍ਹਾਂ ਨੇ ਤਨ ਮਨ ਧਨ ਪਹਿਲਾਂ ਹੀ ਗੁਰੂ ਨੂੰ ਅਰਪਣ ਕੀਤਾ ਹੋਇਆ ਸੀਗਾ। ਉਹ 5 ਜਨ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਖਾਲਸਾ ਬਣਾਇਆ, ਅਤੇ ਉਹ 5 ਖਾਲਸਾ ਪੰਜ ਹੋ ਕੇ ਵੀ ਇੱਕ ਸੀਗੇ। ਕਿਉਂ? ਉਹ 5 ਖਾਲਸਾ ਦਾ ਰੂਪ ਹੋ ਗਏ। ਹੁਣ ਉਹ ਖਾਲਸਾ ਕੌਣ ਬਣਿਆ? ਕਹਿੰਦੇ ਪ੍ਰੇਮ ਭਗਤ ਜੇ ਜਾਨੀ। ਜਨ ਕੌਣ ਹੈ? ਖਾਲਸਾ ਕੌਣ ਹੈ? ਜਿਸ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਜਿਸ ਦੇ ਅੰਦਰ ਪ੍ਰੇਮਾ ਭਗਤੀ ਨੂੰ ਨਾਰ ਦੀ ਭਗਤੀ ਕਿਹਾ ਜਾਂਦਾ। ਜਿਹੜੀ ਪ੍ਰੇਮਾ ਭਗਤੀ ਹੈ, ਇਹ ਭਗਤੀ ਰੱਦ ਨਹੀਂ ਕੀਤੀ ਜਾ ਸਕਦੀ, ਰੱਬ ਵੀ ਇਸ ਨੂੰ ਰੱਦ ਨਹੀਂ ਕਰਦਾ। ਕੋਈ ਉਹ ਮਰਿਆਦਾ ਨਹੀਂ ਵੇਖਦਾ, ਕੋਈ ਕੁਛ ਨਹੀਂ ਵੇਖਦਾ। ਜਿਸ ਦੇ ਅੰਦਰ ਪ੍ਰੇਮਾ ਭਗਤੀ ਹੈ ਨਾ, ਉਹ ਪ੍ਰਵਾਨ, ਉਹ ਪ੍ਰਵਾਨ। ਮਹਾਰਾਜ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਮਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਓਂਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਉ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ।
ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋਂ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਮਨ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕਾਓ, ਸੇ ਨਾਮ ਹਰਿ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਵਾਂ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬਡਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨ ਜਾਣੇ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ। ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਤ ਜੀ ਕੀ ਸਹਾਇ। ਵਾਰ ਸ਼੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ। ਕੈ ਤੁਮਰਾ ਦੇਸ਼ਰ ਕੈ ਗੁਰਦਾਨ ਸੰਤਿਆ। ਰੰਗਤ ਬੰਤੇ ਮਤਾਸ ਰਾਮ ਨਾਸਾਮ ਸਹਾਇਆ। ਸ਼੍ਰੀ ਹਰਿ ਸੰਤਿਆ ਜੈ ਜਿਤਿ ਸਭ ਜਾਇ। ਦੇਵ ਭਾਰਤ ਸੰਤਿਆ ਪ੍ਰਣਾਮ ਤੇ ਦਿਆਲ। ਸਾਧ ਥਾਈ ਮਨ ਸਹਾਇ। ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਰਦਾਸ। ਦਸਾਂ ਪਾਤਸ਼ਾਹੀ ਮਿੱਤਰੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਕਰਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ, ਚੌਂਕ ਸਤਿਗੁਰਾਂ ਚਾੜੀਆਂ ਮੁਕਤੀਆਂ ਖੱਟੀਆਂ ਟੁੱਟੀਆਂ ਜਿਨ੍ਹਾਂ ਤੇਰਾ ਨਾਮ ਜਪਿਆ, ਬਖਸ਼ ਤੇਰਾ ਪੀਰ ਚਲਾਈ ਤੇਰ ਵਾਰ। ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਕਰਦੇ ਆ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੰਦ ਬੰਦ ਕਟਵਾਏ ਗੋਪੀਆਂ ਗੁਰਦੁਆਰਿਆਂ ਦੀ ਸਿਫਾਰੀ ਕੁਰਬਾਨੀਆਂ ਬਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਕਰਦੇ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਨਾਮ ਚਿਤ ਆਵੈ ਚਿਤ ਆਵੈ ਪ੍ਰਸੁੱਧ ਖਾਲਸਾ ਪ੍ਰਸੁੱਧ ਹੋ ਹੈ। ਜਾਂ ਜਨ ਖਾਲਸਾ ਦੀ ਸਹਾਇਤਾ ਰੱਖਿਆ ਗਿਆ। ਦੇਖ ਦੇਖ ਫਤਿਹ ਮਿਲਤ ਕੀ ਪੈਰ ਪੰਥ ਜੀ ਸਾਹਿਬ ਸਾਹੇ ਖਾਲਸਾ ਜੀ ਦੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਸਿੱਖੀ ਦਾਨ, ਕੇਸ ਦਾਨ, ਰਤਨ ਦਾਨ, ਵਿਵੇਕ ਦਾਨ, ਸਾਧ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਦਰਸ਼ਨ ਚੌਕੀਆਂ ਚੰਗੇ ਹੁੰਗੇ ਵਾਹਿਗੁਰੂ। ਸਿੱਖਾਂ ਦਾ ਮਨ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਅਪਾਰ ਵੇਦ ਕਿਰਪਾ ਹੋਈ ਹੈ। ਅੰਮ੍ਰਿਤ ਦੇ ਸਜੇ ਦੀਵਾਨ ਅੰਦਰ ਜਿਤਨੇ ਵੀ ਅਪਾਰ ਆਸਾ ਜੀ ਦੀ ਬਾਤ ਸ਼ਬਦ ਵਿਚਾਰ ਆਨੰਦ ਸਾਹਿਬ ਨੇ ਸ਼ੇਪ ਔਰ ਦੀ ਜਾਪ ਬਾਣੀ ਦਾ ਮਹੱਤਵ ਸੰਗਤਾਂ ਨੂੰ ਬਖਸ਼ਣ ਦੇ ਪ੍ਰਵਾਦ ਸੰਤਾਂ ਦੀਆਂ ਅਨੁਭਾਵਾਂ ਗੁਰਮਤਿ ਅਨੁਸਾਰ
ਪਾਤਸ਼ਾਹਾਂ ਦਾ ਤਾਂ ਪ੍ਰਾਪਤ ਸ਼ਰਨ ਦੀ ਕਹਾਣੀ ਸ੍ਰੀ ਪਾਕ ਸਤਸੰਗ ਸੀਲ ਪ੍ਰਸ਼ਾਦ ਸੰਤਨ ਚਮਕਤੇ ਵਿਸ਼ਿਆ ਮਕਸ਼ੋ ਸੰਤਨ ਨਿਹਾਲ ਕਲ ਸਿੰਘ ਪਿਆਰੇ ਮਿਲਣ ਜੀਵਨ ਸਦਾ ਮਾਨਿਕ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਲੇ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋਤਰੇ ਪਾਰ ਗੁਰੂ ਪਾਰ ਉਤਾਰਨ ਹਾਰ ਕਲਗੀ ਸੋਏ ਸੀਸ ਗੁਰੂ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੂਹੀ ਮਹੱਲਾ ਚੌਥਾ। ਜਿੱਥੈ ਹਰਿ ਅਰਾਧੀਐ ਤਿੱਥੈ ਹਰਿ ਮਿੱਤ ਸਹਾਈ। ਜਿੱਥੈ ਹਰਿ ਅਰਾਧੀਐ ਤਿੱਥੈ ਹਰਿ ਮਿੱਤ ਸਹਾਈ। ਗੁਰ ਕਿਰਪਾ ਤੇ ਹਰਿ ਮਨ ਵਸੈ ਹੋਰਤ ਬਿਦ ਲਿਆ ਨ ਜਾਈ। ਹਰਿ ਧਨ ਸੰਚੀਐ ਭਾਈ ਜੇ ਹਲਤ ਪਲਤ ਹਰਿ ਹੋਏ ਸਖਾਈ। ਰਹਾਉ ਸਤ ਸੰਗਤੀ ਸੰਗ ਹਰਿ ਧਨ ਖਟੀਐ ਹੋਰਥ ਹੈ ਹੋਰਤ ਉਪਾਇ ਹਰਿ ਧਨ ਕਿਤੈ ਨ ਪਾਈ। ਹਰਿ ਰਤਨੈ ਕਾ ਵਪਾਰੀਆਂ ਹਰਿ ਰਤਨ ਧਨ ਵਿਹਾਜੇ ਕਚੈ ਕੀ ਵਪਾਰੀਏ ਵਾਕ ਹਰਿ ਧਨ ਲਿਆ ਨ ਜਾਈ। ਹਰਿ ਧਨ ਰਤਨ ਜਿਵੇਂ ਹਰਿ ਮਾਣਕ ਹਰਿ ਧਨੈ ਨਾਲ ਅੰਮ੍ਰਿਤ ਵੇਲੇ ਵਤੈ ਹਰਿ ਭਗਤੀ ਹਰਿ ਲਿਵ ਲਾਈ। ਹਰਿ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖੁਟੈ ਨਾਹੀ। ਹਲਤ ਪਲਤ ਹਰਿ ਧਨੈ ਕੀ ਭਗਤਾਂ ਕੋ ਮਿਲੀ ਵਡਿਆਈ। ਹਰਿ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ। ਇਹ ਹਰਿ ਧਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੇ ਕਾ ਗਵਾਇਆ ਨ ਜਾਈ। ਹਰਿ ਧਨ ਕਾ ਉਚੱਕਾ ਨੇੜ ਨ ਆਵਈ ਜਮ ਜਗਾਤੀ ਡੰਡ ਨ ਲਗਾਈ। ਸਾਖਤੀ ਪਾਪ ਕਰ ਕੈ ਵਿਖਿਆ ਧਨ ਸੰਚਿਆ ਤਿਨਾ ਇਕ ਵਿਖ ਨਾਲ ਨ ਜਾਈ। ਹਲਤੈ ਵਿੱਚ ਸਾਖਤ ਦੁਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨ ਪਾਈ। ਇਸ ਹਰ ਧਨ ਕਾ ਸਾਹ ਹਰ ਆਪ ਹੈ ਸੰਤਹ ਜਿਸਨੂੰ ਦੇ ਸੋ ਹਰ ਧਨ ਲੱਦ ਚਲਾਈ। ਇਸ ਹਰ ਧਨੈ ਕਾ ਟੋਟਾ ਕਦੇ ਨ ਆਵੇ ਜਨ ਨਾਨਕ ਕਉ ਗੁਰ ਸੋਝੀ ਪਾਏ। ਇਸ ਹਰ ਧਨੈ ਕਾ ਟੋਟਾ ਕਦੇ ਨ ਆਵੇ ਜਨ ਨਾਨਕ ਕਉ ਗੁਰ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ
ਜੀ ਕੀ ਫਤਿਹ।